सत श्री अकाल दोस्तों, स्वागत है ਤੁਹਾਡੇ ਆਪਣੇ चैनल पीबी पंजाबी कहानियां ते। ਅੱਜ ਤੁਹਾਡੇ ਲਈ ਲੈ ਕੇ ਆਏ ਆ ਇੱਕ ਨਵੀਂ ਪੰਜਾਬੀ ਕਹਾਣੀ। ਘਰ ਦਾ ਡਰਾਈਵਰ ਮੈਨੂੰ ਰੋਜ਼ ਸਕੂਲ ਛੱਡਣ ਲਈ ਜਾਂਦਾ ਸੀ। ਇੱਕ ਦਿਨ ਡਰਾਈਵਰ ਛੁੱਟੀ ਤੇ ਸੀ ਤਾਂ ਪਿਤਾ ਜੀ ਮੈਨੂੰ ਸਕੂਲ ਛੱਡਣ ਲਈ ਗਏ। ਮੇਰੇ ਪਿਤਾ ਜੀ ਨੇ ਕਿਹਾ, ਬੇਟੀ ਸਕੂਲ ਆ ਗਿਆ ਹੈ। ਇਹ ਸੁਣ ਕੇ ਮੈਂ ਹੈਰਾਨ ਹੋ ਗਈ, ਕਿਉਂਕਿ ਜਦੋਂ ਡਰਾਈਵਰ ਛੱਡਣ ਲਈ ਆਉਂਦਾ ਸੀ ਤਾਂ 1 ਘੰਟਾ ਲੱਗ ਜਾਂਦਾ ਸੀ, ਤਾਂ ਅੱਜ 20 ਮਿੰਟਾਂ ਵਿੱਚ ਕਿਵੇਂ? ਮੈਨੂੰ ਡਰਾਈਵਰ 'ਤੇ ਸ਼ੱਕ ਹੋ ਗਿਆ, ਕਿਉਂਕਿ ਉਹ ਮੈਨੂੰ ਹਰ ਰੋਜ਼ ਰਸਤੇ ਵਿੱਚ ਬਿਸਕੁਟ ਖਵਾਇਆ ਕਰਦਾ ਸੀ। ਅਗਲੇ ਦਿਨ ਜਦੋਂ ਡਰਾਈਵਰ ਮੈਨੂੰ ਸਕੂਲ ਛੱਡਣ ਗਿਆ ਤਾਂ ਮੈਂ ਬਿਸਕੁਟ ਨਹੀਂ ਖਾਧਾ। ਅਜੇ 5 ਮਿੰਟ ਹੀ ਹੋਏ ਸਨ ਕਿ ਉਸਨੇ ਕਾਰ ਰੋਕੀ ਅਤੇ ਦਰਵਾਜ਼ਾ ਜਲਦੀ ਬੰਦ ਕਰ ਦਿੱਤਾ, ਜਿਵੇਂ ਕਾਹਲੀ ਵਿੱਚ ਹੋਵੇ। ਅੱਜ ਮਾਂ ਨੇ ਨਾਸ਼ਤਾ ਲੇਟ ਕਰ ਦਿੱਤਾ, ਜਿਸ ਕਾਰਨ ਮੈਂ ਲੇਟ ਹੋ ਗਈ। ਡਰਾਈਵਰ ਵੀ ਤੇਜ਼ ਗੱਡੀ ਚਲਾ ਰਿਹਾ ਸੀ। ਥੋੜ੍ਹੀ ਦੇਰ ਬਾਅਦ ਡਰਾਈਵਰ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਮੇਰੀਆਂ ਮਿੰਨਤਾਂ ਕਰਨ ਲੱਗ ਪਿਆ ਅਤੇ ਕਿਹਾ, ਬਿਸਕੁਟ ਖਾ ਲਓ, ਅੱਜ ਕਿਸੇ ਚੰਗੀ ਥਾਂ ਤੋਂ ਲਿਆਇਆ ਹਾਂ, ਬਿਸਕੁਟ ਖਾਓ ਤੇ ਮਜ਼ੇ ਕਰੋ। ਉਸ ਤੋਂ ਬਾਅਦ ਮੈਨੂੰ ਘਬਰਾਹਟ ਆਉਣ ਲੱਗ ਪਈ। ਪਤਾ ਨਹੀਂ ਉਸ ਬਿਸਕੁਟ ਵਿੱਚ ਕੀ ਸੀ, ਖਾ ਕੇ ਮੈਨੂੰ ਚੱਕਰ ਆਉਣ ਲੱਗ ਜਾਂਦੇ ਸਨ। ਡਰਾਈਵਰ ਮੈਨੂੰ ਬਸ ਬਿਸਕੁਟ ਖਾਣ ਲਈ ਮਜਬੂਰ ਕਰਨ ਲੱਗਾ। ਬਹੁਤ ਮਜ਼ੇਦਾਰ ਹੈ, ਪਰ ਮੇਰਾ ਦਿਲ ਨਹੀਂ ਮੰਨਿਆ। ਮੈਨੂੰ ਲੱਗਦਾ ਜਿਵੇਂ ਮੈਂ ਕਾਰ ਤੋਂ ਉਤਰ ਕੇ ਉੱਚੀ ਕਿਸੇ ਨੂੰ ਆਵਾਜ਼ਾਂ ਮਾਰਾਂ, ਪਰ ਮੇਰੇ ਕੋਲ ਕੋਈ ਸਬੂਤ ਨਹੀਂ ਸੀ ਕਿ ਮੈਂ ਦੱਸ ਸਕਾਂ ਡਰਾਈਵਰ ਮੇਰੇ ਨਾਲ ਕੁਝ ਗਲਤ ਕਰ ਰਿਹਾ ਹੈ। ਡਰਾਈਵਰ ਮੈਨੂੰ ਬਿਸਕੁਟ ਖਵਾਉਣ ਲਈ ਤਰਲੇ ਕਰ ਰਿਹਾ ਸੀ, ਪਰ ਮੈਂ ਬਿਸਕੁਟ ਨਹੀਂ ਖਾਧਾ। ਘਰ ਆ ਕੇ ਮਾਂ ਨੂੰ ਦੱਸੇ ਬਿਨਾਂ ਮੈਂ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ। ਸ਼ਾਮ ਨੂੰ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਆਰਾਮ ਮਹਿਸੂਸ ਕਰ ਰਹੀ ਸੀ, ਜੋ ਮੈਂ ਅਕਸਰ ਬਿਸਕੁਟ ਖਾਣ ਤੋਂ ਬਾਅਦ ਨਹੀਂ ਕਰਦੀ ਸੀ। ਮੈਨੂੰ ਸਾਰਾ ਦਿਨ ਚੱਕਰ ਆਉਂਦੇ ਤੇ ਬਾਅਦ ਵਿੱਚ ਮੈਨੂੰ ਆਪਣਾ ਸਿਰ ਭਾਰਾ ਮਹਿਸੂਸ ਹੁੰਦਾ ਸੀ, ਪਰ ਅੱਜ ਜਦੋਂ ਮੈਂ ਸੌਂ ਕੇ ਉੱਠੀ ਤਾਂ ਮੈਂ ਬਹੁਤ ਹਲਕਾ ਮਹਿਸੂਸ ਕਰ ਰਹੀ ਸੀ। ਮੈਨੂੰ ਲੱਗਦਾ ਸੀ ਕਿ ਸਭ ਕੁਝ ਬਿਸਕੁਟ ਖਾਣ ਨਾਲ ਹੁੰਦਾ ਹੈ। ਮੈਂ ਇਹ ਕਿਸੇ ਨੂੰ ਨਹੀਂ ਦੱਸਿਆ। ਅਗਲੇ ਦਿਨ ਜਦੋਂ ਮੈਨੂੰ ਡਰਾਈਵਰ ਸਕੂਲ ਛੱਡਣ ਗਿਆ ਤਾਂ 1 ਘੰਟਾ 15 ਮਿੰਟ ਲੱਗ ਗਏ ਅਤੇ ਅੱਜ ਮੈਂ ਕਾਫੀ ਦੇਰ ਤੱਕ ਕਾਰ ਵਿੱਚ ਹੀ ਰਹੀ। ਡਰਾਈਵਰ ਮੈਨੂੰ ਛੱਡ ਕੇ ਚਲਾ ਗਿਆ। ਮੈਂ ਉਸ ਦਾ ਇੰਤਜ਼ਾਰ ਕਰਦੀ ਰਹੀ, ਪਰ ਡਰਾਈਵਰ ਨਹੀਂ ਆਇਆ। ਮੈਂ ਉੱਥੋਂ ਚਲੀ ਗਈ ਅਤੇ ਅੱਗੇ ਜਾ ਕੇ ਅਚਾਨਕ ਕਿਸੇ ਨੇ ਮੈਨੂੰ ਫੜ ਕੇ ਕਾਰ ਵਿੱਚ ਬਿਠਾ ਦਿੱਤਾ। ਆਵਾਜ਼ ਤੋਂ ਮਹਿਸੂਸ ਹੋਇਆ ਕਿ ਇਹ ਮੇਰਾ ਹੀ ਡਰਾਈਵਰ ਸੀ, ਜੋ ਮੈਨੂੰ ਜ਼ਬਰਦਸਤੀ 1 ਦੀ ਬਜਾਏ 2 ਬਿਸਕੁਟ ਖਿਲਾ ਰਿਹਾ ਸੀ। ਮੈਨੂੰ ਆਵਾਜ਼ ਉਠਾਉਣੀ ਚਾਹੀਦੀ ਸੀ, ਪਰ ਉਸ ਨੇ ਮੇਰੇ ਮੂੰਹ ਤੋਂ ਹੱਥ ਰੱਖ ਲਿਆ। ਉਸ ਨੇ ਮੇਰੇ ਮੂੰਹ 'ਤੇ ਹੱਥ ਰੱਖ ਲਿਆ ਅਤੇ ਜ਼ਬਰਦਸਤੀ ਮੈਨੂੰ ਬਿਸਕੁਟ ਖਵਾਉਣ ਲੱਗਾ। ਬਿਸਕੁਟ ਖਾਂਦੇ ਹੀ ਮੇਰੇ ਹੋਸ਼ ਉੱਡ ਗਏ। ਮੈਂ ਨਹੀਂ ਜਾਣਦੀ ਸੀ ਕਿ ਉਸ ਤੋਂ ਬਾਅਦ ਮੇਰੇ ਨਾਲ ਕੀ ਹੋਇਆ। ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮਾਂ ਬੋਲੀ, ਡਰਾਈਵਰ ਤੈਨੂੰ ਘਰ ਲੈ ਆਇਆ ਸੀ। ਤੁਸੀਂ ਬੇਹੋਸ਼ ਹੋ ਗਏ ਸੀ ਗਰਮੀ ਦੇ ਕਾਰਨ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਨਾਲ ਕੀ ਹੋ ਗਿਆ। ਜੋ ਮੇਰੇ ਦਿਮਾਗ ਵਿੱਚ ਚੱਲ ਰਿਹਾ ਸੀ ਸਾਰਾ ਉਹੀ ਸੀ, ਜਾਣੀ ਮੇਰੇ ਨਾਲ ਡਰਾਈਵਰ ਨੇ। ਇਸ ਬਾਰੇ ਆਪਣੀ ਮਾਂ ਨੂੰ ਨਹੀਂ ਦੱਸਿਆ, ਪਰ ਇਹ ਵੀ ਨਹੀਂ ਦੱਸਿਆ ਕਿ ਡਰਾਈਵਰ ਨੇ ਮੈਨੂੰ ਜ਼ਬਰਦਸਤੀ ਬਿਸਕੁਟ ਖਿਲਾਉਣ ਦੀ ਕੋਸ਼ਿਸ਼ ਕੀਤੀ ਸੀ, ਕਿਉਂਕਿ ਹੋਸ਼ ਆਉਣ ਤੋਂ ਬਾਅਦ ਮੈਨੂੰ ਖੁਦ ਯਾਦ ਨਹੀਂ ਸੀ ਕਿ ਮੇਰੇ ਨਾਲ ਕੀ ਹੋਇਆ ਸੀ। ਅਗਲੀ ਸਵੇਰ ਮੈਨੂੰ ਸਕੂਲ ਨਾ ਜਾਣ ਦਾ ਬਹਾਨਾ ਬਣਾਉਣਾ ਪਿਆ, ਕਿਉਂਕਿ ਮੈਂ ਇਹ ਸਭ ਦੁਬਾਰਾ ਮਹਿਸੂਸ ਨਹੀਂ ਕਰਨਾ ਚਾਹੁੰਦੀ ਸੀ। ਪਰ ਸਕੂਲ ਨਾ ਜਾਣ 'ਤੇ ਡਰਾਈਵਰ ਮੇਰੇ ਕਮਰੇ ਵਿੱਚ ਆਇਆ ਅਤੇ ਮੈਨੂੰ ਪੁੱਛਣ ਲੱਗਾ, ਬੇਬੀ ਜੀ ਅੱਜ ਸਕੂਲ ਕਿਉਂ ਨਹੀਂ ਗਏ? ਮੰਮੀ ਬਹੁਤ ਗੁੱਸੇ ਨਾਲ ਬੋਲੀ ਅਤੇ ਖੜ੍ਹੇ ਹੋ ਕੇ ਡਰਾਈਵਰ ਵੱਲ ਦੇਖਿਆ, ਪਰ ਡਰਾਈਵਰ ਮੈਨੂੰ ਆਵਾਜ਼ ਤੋਂ ਕੁਝ ਪਰੇਸ਼ਾਨ ਲੱਗ ਰਿਹਾ ਸੀ। ਮੈਂ ਉਸ ਨੂੰ ਕੁਝ ਨਹੀਂ ਦੱਸਿਆ, ਮੈਂ ਚੁੱਪ ਰਹੀ। ਡਰਾਈਵਰ ਮੈਨੂੰ ਕਹਿਣ ਲੱਗਾ, ਬੇਬੀ ਜੀ ਮੈਂ ਤੁਹਾਡੇ ਲਈ ਇਹ ਬਿਸਕੁਟ ਲੈ ਕੇ ਆਇਆ ਹਾਂ। ਮੈਂ ਤਾਂ ਸ਼ੱਕ ਅਤੇ ਬੇਵਸੀ ਨਾਲ ਆਪਣੇ ਬੁੱਲ੍ਹਾਂ ਨੂੰ ਖਾਣ ਲੱਗ ਗਈ ਸੀ ਅਤੇ ਮੈਨੂੰ ਡਰਾਈਵਰ 'ਤੇ ਸ਼ੱਕ ਹੋਣ ਲੱਗ ਗਿਆ ਸੀ ਅਤੇ ਮੈਂ ਉਸ ਵੱਲ ਦੇਖਣ ਲੱਗ ਗਈ ਸੀ। ਮੈਂ ਕਿਹਾ, ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ, ਪਰ ਹੌਲੀ-ਹੌਲੀ ਮੈਨੂੰ ਯਾਦ ਆ ਰਿਹਾ ਹੈ ਕਿ ਤੁਸੀਂ ਕੱਲ੍ਹ ਮੇਰੇ ਨਾਲ ਕੁਝ ਗਲਤ ਕੀਤਾ ਸੀ। ਡਰਾਈਵਰ ਨੇ ਬੜੇ ਸਹਿਜ ਸ਼ਬਦਾਂ ਵਿੱਚ ਕਿਹਾ। ਮੈਂ ਸੋਚਿਆ ਮੈਂ ਭੁਲੇਖਾ ਪਾਵਾਂਗਾ, ਕਿਉਂਕਿ ਮੈਨੂੰ ਕੱਲ੍ਹ ਦੀਆਂ ਸਾਰੀਆਂ ਗੱਲਾਂ ਯਾਦ ਨਹੀਂ ਸਨ। ਇਸ ਲਈ ਮੈਂ ਕੁਝ ਨਹੀਂ ਕਿਹਾ। ਸਵੇਰੇ ਕਮਰੇ ਵਿੱਚ ਪਈ ਨੂੰ ਮੈਨੂੰ ਭੁੱਖ ਲੱਗ ਰਹੀ ਸੀ, ਇਸ ਕਰਕੇ ਮੈਂ ਬਿਸਕੁਟ ਲੈ ਲਏ, ਇਹ ਸੋਚੇ ਬਿਨਾਂ ਕਿ ਇਸ ਵਿੱਚ ਕੁਝ ਗਲਤ ਹੋ ਸਕਦਾ ਹੈ। ਡਰਾਈਵਰ ਅੰਕਲ ਨੇ ਮੈਨੂੰ ਉਹ ਬਿਸਕੁਟ ਬੜੇ ਪਿਆਰ ਨਾਲ ਦਿੱਤਾ ਸੀ, ਇਸ ਲਈ ਇੱਕ ਵਾਰ ਫਿਰ ਮੈਂ ਉਹ ਬਿਸਕੁਟ ਖਾਣ ਦੀ ਗਲਤੀ ਕੀਤੀ
ਦਿਨ ਐਵੇਂ ਹੀ ਬੀਤ ਰਹੇ ਸਨ। ਇੱਕ ਦਿਨ ਜਦੋਂ ਮੈਂ ਡਰਾਈਵਰ ਨਾਲ ਜਾਣ ਲੱਗੀ ਤਾਂ ਮੈਨੂੰ ਲੱਗਾ ਕਿ ਉਹ ਕਿਸੇ ਨਾਲ ਫੋਨ 'ਤੇ ਗੱਲ ਕਰ ਰਿਹਾ ਹੈ, ਉਹ ਵੀ ਮੇਰੇ ਬਾਰੇ, ਕਿਉਂਕਿ ਮੈਂ ਉਸ ਦੇ ਮੂੰਹੋਂ ਸੁਣਿਆ ਸੀ ਕਿ ਹਾਂ, ਉਸਨੇ ਬਿਸਕੁਟ ਖਾ ਲਿਆ ਹੈ। ਨਹੀਂ, ਅੱਜ ਵੀ ਖਵਾਓ, ਫਿਰ ਦੱਸਾਂਗਾ। ਇਹ ਸਭ ਮੈਂ ਇੰਨਾ ਹੀ ਸੁਣਿਆ ਸੀ। ਇਸ ਦੌਰਾਨ ਮੇਰੀ ਮਾਂ ਨੇ ਮੈਨੂੰ ਆਵਾਜ਼ ਦੇਣੀ ਸ਼ੁਰੂ ਕਰ ਦਿੱਤੀ, ਪੁੱਤਰ, ਮੈਂ ਤੁਹਾਨੂੰ ਦਵਾਈ ਦੇ ਰਹੀ ਹਾਂ, ਦੁਪਹਿਰ ਦੇ ਖਾਣੇ ਤੋਂ ਬਾਅਦ ਖਾ ਲੈਣਾ। ਖਾਸ ਤੌਰ 'ਤੇ ਤੁਹਾਡੇ ਲਈ ਡਾਕਟਰ ਤੋਂ ਮੰਗਵਾਈ ਸੀ। ਰੱਬ ਤੁਹਾਨੂੰ ਚੰਗੀ ਸਿਹਤ ਦੇਵੇ, ਤੁਹਾਡੀਆਂ ਅੱਖਾਂ ਜਲਦੀ ਠੀਕ ਹੋ ਜਾਣ, ਤੁਸੀਂ ਦੇਖਣ ਲੱਗ ਜਾਓ। ਮੈਂ ਦਵਾਈ ਲੈ ਕੇ ਕਾਰ ਵਿੱਚ ਬੈਠ ਗਈ। ਥੋੜ੍ਹੀ ਦੇਰ ਬਾਅਦ ਡਰਾਈਵਰ ਨੇ ਇੱਕ ਵਾਰ ਕਾਰ ਫਿਰ ਰੋਕੀ। ਇਸ ਵਾਰ ਮੈਂ ਮਨ ਬਣਾ ਲਿਆ ਸੀ ਕਿ ਡਰਾਈਵਰ ਕੀ ਕਰਦਾ ਹੈ, ਮੈਂ ਪਤਾ ਲਗਾ ਕੇ ਹੀ ਰਹੂੰਗੀ। ਕਾਰ 15 ਮਿੰਟ ਤੱਕ ਉਸੇ ਥਾਂ 'ਤੇ ਖੜੀ ਰਹੀ, ਇਸੇ ਕਰਕੇ ਮੈਂ ਉਸ ਦਾ ਪਿੱਛਾ ਨਹੀਂ ਕਰ ਸਕੀ। ਮੈਂ ਇੱਧਰ ਉੱਧਰ ਸਹਾਰਾ ਲੈ ਕੇ ਕਾਰ ਤੋਂ ਉਤਰਨ ਲੱਗੀ। ਘੱਟੋ ਘੱਟ ਮੈਨੂੰ ਇਹ ਤਾਂ ਪਤਾ ਲੱਗ ਜਾਵੇ ਕਿ ਮੈਂ ਆਖਰ ਕਿੱਥੇ ਹਾਂ, ਕਿਸ ਥਾਂ 'ਤੇ। ਡਰਾਈਵਰ ਦੇ ਗੱਲ ਕਰਨ ਦੀ ਆਵਾਜ਼ ਦੂਰੋਂ ਆ ਰਹੀ ਸੀ। ਮੈਂ ਨੇੜੇ ਵੀ ਨਹੀਂ ਜਾ ਸਕਦੀ ਸੀ ਕਿ ਡਰਾਈਵਰ ਮੈਨੂੰ ਦੇਖ ਨਾ ਲਵੇ, ਤੇ ਨਾ ਹੀ ਡਰਾਈਵਰ ਮੈਨੂੰ ਦਿਖ ਰਿਹਾ ਸੀ, ਪਰ ਡਰਾਈਵਰ ਦੀ ਆਵਾਜ਼ ਸਹੀ ਆ ਰਹੀ ਸੀ। ਮੈਂ ਇਹ ਸੋਚ ਰਹੀ ਸੀ ਕਿ ਮੈਂ ਕਿੱਥੇ ਹਾਂ, ਇਹ ਕਿਹੜੀ ਜਗ੍ਹਾ ਹੈ ਜਿੱਥੇ ਮੈਨੂੰ ਡਰਾਈਵਰ ਦਿਖ ਨਹੀਂ ਰਿਹਾ, ਪਰ ਲੱਭਣਾ ਵੀ ਬਹੁਤ ਜ਼ਰੂਰੀ ਸੀ। ਆਖਰ ਡਰਾਈਵਰ ਕੀ ਕਰਦਾ ਹੈ? ਦੂਰੋਂ ਹੀ ਧੂੰਆਂ ਨਿਕਲਦਾ ਮਹਿਸੂਸ ਹੋਇਆ। ਮੈਂ ਸੋਚਿਆ ਸ਼ਾਇਦ ਡਰਾਈਵਰ ਸਿਗਰਟ ਪੀ ਰਿਹਾ ਹੈ, ਅਤੇ ਅਗਲੇ ਹੀ ਪਲ ਮੇਰੇ ਦਿਮਾਗ ਵਿੱਚ ਆਇਆ ਕਿ ਉਹ ਨਸ਼ਾ ਤਾਂ ਨਹੀਂ ਕਰਦਾ, ਕਿ ਉਸ ਦਿਨ ਕੁਝ ਇਹੋ ਜਿਹਾ ਹੋਇਆ ਹੋਵੇ ਜਿਸ ਕਰਕੇ ਮੈਂ ਬੇਹੋਸ਼ ਹੋ ਗਈ ਅਤੇ ਮੈਨੂੰ ਕੁਝ ਵੀ ਯਾਦ ਨਹੀਂ ਰਿਹਾ। ਕਿਤੇ ਮੇਰੇ ਨਾਲ ਨਸ਼ੇ ਵਿੱਚ ਕੁਝ ਕੀਤਾ ਤਾਂ ਨਹੀਂ? ਮੈਂ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੀ ਸੀ, ਕਿਉਂਕਿ ਮੈਂ ਅੰਨ੍ਹੀ ਸੀ ਅਤੇ ਮੈਂ ਕਿਤੇ ਵੀ ਭੱਜ ਨਹੀਂ ਸਕਦੀ ਸੀ। ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਕਿਸ ਰਾਹ ਜਾ ਰਹੀ ਸੀ, ਕਿ ਉਸ ਪਾਸੇ ਡਰਾਈਵਰ ਹੋਵੇਗਾ ਜਾਂ ਨਹੀਂ, ਅਤੇ ਮੈਨੂੰ ਦੇਖ ਨਾ ਲਵੇ। ਇਹ ਧੂੰਆਂ ਵੱਧਦਾ ਜਾ ਰਿਹਾ ਸੀ। ਡਰਾਈਵਰ ਦੀ ਆਵਾਜ਼ ਹੋਰ ਨੇੜੇ ਹੁੰਦੀ ਗਈ। ਡਰਾਈਵਰ ਦੇ ਨਾਲ ਇੰਜ ਮਹਿਸੂਸ ਹੋਇਆ ਜਿਵੇਂ ਕੋਈ ਹੋਰ ਉਸ ਨਾਲ ਗੱਲ ਕਰ ਰਿਹਾ ਹੋਵੇ। ਮੈਨੂੰ ਕੁਝ ਸਮਝ ਨਾ ਆਇਆ ਅਤੇ ਆਪਣੀ ਕਾਰ ਵੱਲ ਵਾਪਸ ਤੁਰ ਪਈ। ਇੱਧਰੋਂ ਉੱਧਰੋਂ ਸਹਾਰਾ ਲੈਂਦਿਆਂ ਮੈਂ ਆਖਰ ਕੁਝ ਦੇਰ ਬਾਅਦ ਆਪਣੀ ਕਾਰ ਕੋਲ ਪਹੁੰਚ ਗਈ। ਕਾਰ ਵਿੱਚ ਬੈਠਣ ਤੋਂ ਬਾਅਦ ਡਰਾਈਵਰ ਵੀ ਕੁਝ ਦੇਰ ਬਾਅਦ ਆ ਗਿਆ। ਬੇਬੀ ਜੀ, ਤੁਹਾਡਾ ਸਾਹ ਕਿਵੇਂ ਚੜ੍ਹਿਆ ਹੋਇਆ ਹੈ? ਕੁਝ ਨਹੀਂ ਅੰਕਲ ਜੀ, ਤੁਸੀਂ ਕਾਰ ਛੱਡ ਕੇ ਕਿੱਥੇ ਚਲੇ ਗਏ ਸੀ? ਮੈਂ ਡਰਦਿਆਂ ਕਿਹਾ। ਇੰਨੀ ਦੇਰ ਕਿਉਂ ਲੱਗ ਗਈ? ਮੈਂ ਹਿੰਮਤ ਨਾਲ ਪੁੱਛਿਆ। ਕੁਝ ਨਹੀਂ ਬੇਬੀ ਜੀ, ਆਪਣੇ ਬੱਚਿਆਂ ਲਈ ਦਵਾਈ ਲੈ ਰਿਹਾ ਸੀ। ਕਈ ਵਾਰ ਬੱਚੇ ਵੀ ਬਿਮਾਰ ਹੋ ਜਾਂਦੇ ਹਨ। ਫਿਰ ਉਸਨੇ ਆਪਣੀ ਜੇਬ ਵਿੱਚ ਹੱਥ ਮਾਰਿਆ, ਜਿਸ ਕਾਰਨ ਜੇਬ ਵਿੱਚੋਂ ਚੁਰ-ਚੁਰ ਦੀ ਆਵਾਜ਼ ਆਉਣ ਲੱਗੀ। ਉਸ ਸਮੇਂ ਉਸ ਦੀ ਆਵਾਜ਼ ਅਤੇ ਉਸਦੇ ਬੋਲਣ ਦੇ ਤਰੀਕੇ ਤੋਂ ਮੈਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਉਸ ਨੇ ਕੋਈ ਸਿਗਰਟ ਪੀਤੀ ਹੋਵੇ ਜਾਂ ਨਸ਼ਾ ਕੀਤਾ ਹੋਵੇ, ਪਰ ਮੇਰਾ ਸ਼ੱਕ ਵੱਧ ਗਿਆ ਸੀ ਕਿ ਡਰਾਈਵਰ ਨੇ ਮੇਰੇ ਕੋਲ ਝੂਠ ਬੋਲਿਆ। ਮੈਂ ਉਸ ਥਾਂ 'ਤੇ ਡਰਾਈਵਰ ਦੀ ਆਵਾਜ਼ ਸੁਣ ਸਕਦੀ ਸੀ ਜਿੱਥੇ ਉਹ ਖੜਾ ਸੀ। ਖੈਰ, ਇੰਨਾ ਹੀ ਨਹੀਂ, ਉਸ ਸਥਾਨ 'ਤੇ ਧੂੰਆਂ ਵੀ ਉੱਠ ਰਿਹਾ ਸੀ। ਕਿ ਉਹ ਸਿਗਰਟ ਤਾਂ ਨਹੀਂ ਪੀਂਦਾ? ਮੈਂ ਮਨ ਵਿੱਚ ਸੋਚਿਆ, ਕਿਉਂਕਿ ਇਹ ਤਾਂ ਹਰ ਗਰੀਬ ਆਪਣਾ ਦੁੱਖ ਦੂਰ ਕਰਨ ਲਈ ਕਰਦਾ ਹੈ, ਤਾਂ ਉਹਦੇ ਕੋਲ ਪੈਸੇ ਕਿੱਥੋਂ ਆਉਂਦੇ ਹਨ? ਮੈਂ ਆਪ ਹੀ ਆਪਣੇ ਮਨ ਵਿੱਚ ਸਵਾਲ ਪੁੱਛ ਰਹੀ ਸੀ ਅਤੇ ਆਪ ਹੀ ਜਵਾਬ ਲੱਭ ਰਹੀ ਸੀ, ਪਰ ਇੱਧਰ ਉੱਧਰ ਉਹ ਕਿਸੇ ਨਾਲ ਗੱਲ ਵੀ ਨਹੀਂ ਕਰ ਰਹੀ ਸੀ। ਮੈਨੂੰ ਅਚਾਨਕ ਯਾਦ ਆਇਆ ਕਿ ਉਸ ਨੂੰ ਕਿਸੇ ਨੇ ਨਸ਼ੇ ਵਿੱਚ ਤਾਂ ਨਹੀਂ ਫਸਾ ਦਿੱਤਾ। ਬੇਬੀ ਜੀ, ਤੁਹਾਨੂੰ ਕੀ ਹੋਇਆ ਅਤੇ ਤੁਸੀਂ ਕਿੱਥੇ ਗੁੰਮ ਹੋ? ਤੁਹਾਨੂੰ ਭੁੱਖ ਲੱਗ ਰਹੀ ਹੋਵੇਗੀ, ਲਓ ਆਹ ਬਿਸਕੁਟ ਖਾ ਲਓ। ਤੁਸੀਂ ਮੈਨੂੰ ਬਿਸਕੁਟ ਕਿਉਂ ਦੇ ਰਹੇ ਹੋ ਅੰਕਲ ਜੀ? ਆਖਰ ਮੇਰੇ ਮੂੰਹੋਂ ਨਿਕਲ ਹੀ ਗਿਆ। ਉਸ ਦਿਨ ਜਦੋਂ ਮੈਂ ਬੇਹੋਸ਼ ਹੋ ਗਈ ਸੀ, ਤੁਸੀਂ ਮੇਰੇ ਨਾਲ ਜ਼ਬਰਦਸਤੀ ਕੀਤੀ ਸੀ ਨਾ? ਮੈਨੂੰ ਥੋੜਾ ਯਾਦ ਆ ਰਿਹਾ ਹੈ। ਮੈਂ ਬਦਤਮੀਜ਼ੀ ਕਦੋਂ ਕੀਤੀ? ਟੁੱਟੇ ਭੱਜੇ ਲਹਿਜੇ ਵਿੱਚ ਡਰਾਈਵਰ ਨੇ ਕਿਹਾ। ਮੈਂ ਬਹੁਤੀ ਬਹਿਸ ਨਹੀਂ ਕੀਤੀ, ਕਿਉਂਕਿ ਮੈਂ ਖੁਦ ਅਸਲੀਅਤ ਨਹੀਂ ਜਾਣਦੀ ਸੀ। ਕੀ ਹਾਲ ਚਾਲ ਹੈ ਤੁਹਾਡਾ? ਹੁਣ ਮੈਂ ਇੱਕਦਮ ਚੁੱਪ ਹੋ ਗਈ। ਉਸ ਨੂੰ ਮੇਰੀ ਸਿਹਤ ਬਾਰੇ ਕਿਵੇਂ ਪਤਾ ਲੱਗਾ? ਮੈਂ ਆਪਣੀ ਸਿਹਤ ਬਾਰੇ ਕਿਸੇ ਨੂੰ ਨਹੀਂ ਦੱਸਿਆ ਸੀ। ਇਸ ਦਾ ਮਤਲਬ ਹੈ ਕਿ ਬਿਸਕੁਟਾਂ ਵਿੱਚ ਜ਼ਰੂਰ ਕੁਝ ਸੀ। ਮੇਰੀ ਸਿਹਤ ਨੂੰ ਕੀ ਹੋਇਆ? ਮੈਂ ਬੜੇ ਸਧਾਰਨ ਤਰੀਕੇ ਨਾਲ ਪੁੱਛਿਆ। ਮੈਂ ਤਾਂ ਤੁਹਾਡੀਆਂ ਅੱਖਾਂ ਬਾਰੇ ਪੁੱਛ ਰਿਹਾ ਹਾਂ। ਕੁਝ ਚੰਗਾ ਮਹਿਸੂਸ ਹੁੰਦਾ ਹੈ?
ਤੁਹਾਡੀਆਂ ਅੱਖਾਂ ਦਾ ਇਲਾਜ ਚੱਲ ਰਿਹਾ ਸੀ? ਨਹੀਂ, ਕੁਝ ਨਹੀਂ ਅੰਕਲ ਜੀ, ਬਸ ਥੋੜਾ ਜਿਹਾ ਜ਼ਰੂਰ ਪਿਆ ਹੋਵੇਗਾ। ਡਰਾਈਵਰ ਨੇ ਹੈਰਾਨੀ ਨਾਲ ਪੁੱਛਿਆ। ਮੈਂ ਆਪਣੀ ਮਾਂ ਦੁਆਰਾ ਦਿੱਤੀ ਦਵਾਈ ਹਰ ਰੋਜ਼ ਖਾਂਦੀ ਹਾਂ, ਪਰ ਇਸ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਮੈਂ ਗਲਤ ਕਿਉਂ ਸੀ ਜਦੋਂ ਡਰਾਈਵਰ ਕਿੰਨਾ ਚੰਗਾ ਹੈ? ਮੈਂ ਆਪਣੇ ਆਪ ਨੂੰ ਸਵਾਲ ਕਰਨ ਲੱਗੀ। ਸ਼ਾਇਦ ਮੈਂ ਬਹੁਤ ਜ਼ਿਆਦਾ ਸੋਚ ਰਹੀ ਸੀ। ਇਹ ਠੀਕ ਹੈ, ਮੈਂ ਡਰਾਈਵਰ ਤੋਂ ਬਿਸਕੁਟ ਮੰਗਿਆ ਅਤੇ ਥੋੜਾ ਜਿਹਾ ਖਾ ਲਿਆ। ਰਸਤੇ ਵਿੱਚ ਕਾਰ ਪੈਂਚਰ ਹੋ ਗਈ ਅਤੇ ਸਾਨੂੰ ਕੁਝ ਦੇਰ ਉਡੀਕ ਕਰਨੀ ਪਈ ਅਤੇ ਦੇਰ ਹੋ ਗਈ ਸੀ ਅਤੇ ਮੇਰੀ ਹਾਲਤ ਵਿਗੜ ਰਹੀ ਸੀ। ਮੇਰਾ ਸਿਰ ਘੁੰਮਣ ਲੱਗ ਗਿਆ। ਡਰਾਈਵਰ ਮੇਰੀ ਹਾਲਤ ਦੇਖ ਕੇ ਹੈਰਾਨ ਰਹਿ ਗਿਆ, ਕਿਉਂਕਿ ਡਰਾਈਵਰ ਨੇ ਮੈਨੂੰ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਦੇਖਿਆ ਸੀ। ਕਾਹਲੀ ਵਿੱਚ ਕਾਰ ਠੀਕ ਹੁੰਦੇ ਹੀ ਡਰਾਈਵਰ ਮੈਨੂੰ ਘਰ ਲੈ ਆਇਆ। ਉਸ ਤੋਂ ਬਾਅਦ ਅਗਲੇ 2 ਦਿਨਾਂ ਤੱਕ ਡਰਾਈਵਰ ਨੇ ਮੈਨੂੰ ਸਕੂਲ ਨਹੀਂ ਛੱਡਿਆ, ਸਗੋਂ ਮੇਰੇ ਪਿਤਾ ਜੀ ਮੈਨੂੰ ਸਕੂਲ ਛੱਡਣ ਜਾਂਦੇ ਸਨ। ਮੈਂ ਪਾਪਾ ਨੂੰ ਪੁੱਛਿਆ, ਡਰਾਈਵਰ ਕਿੱਥੇ ਹੈ? ਪਾਪਾ ਨੇ ਦੱਸਿਆ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ, ਇਸੇ ਲਈ ਮੈਂ ਤੁਹਾਨੂੰ ਛੱਡਣ ਜਾ ਰਿਹਾ ਹਾਂ। ਕੁਝ ਦਿਨ ਬੀਤ ਗਏ। ਇਸ ਤੋਂ ਬਾਅਦ ਜਦੋਂ ਡਰਾਈਵਰ ਮੈਨੂੰ ਛੱਡਣ ਗਿਆ ਤਾਂ ਉਸ ਨੇ 20 ਮਿੰਟ ਹੀ ਲਾਏ। ਮੈਂ ਹੈਰਾਨ ਸੀ। ਇਹ ਪਹਿਲੀ ਵਾਰ ਕਿਵੇਂ ਹੋਇਆ ਕਿ ਡਰਾਈਵਰ ਨੇ ਮੈਨੂੰ 20 ਮਿੰਟਾਂ ਵਿੱਚ ਹੀ ਸਕੂਲ ਛੱਡ ਦਿੱਤਾ ਅਤੇ ਉਸਨੇ ਮੈਨੂੰ ਬਿਸਕੁਟ ਵੀ ਨਹੀਂ ਦਿੱਤਾ। ਇਹ 1 ਹਫ਼ਤੇ ਤੱਕ ਚੱਲਦਾ ਰਿਹਾ। ਆਖਿਰ ਮੈਂ ਪੁੱਛਿਆ, ਡਰਾਈਵਰ ਜੀ, ਹੁਣ ਤੁਸੀਂ ਮੈਨੂੰ 20 ਮਿੰਟ ਵਿੱਚ ਹੀ ਕਿਵੇਂ ਛੱਡ ਦਿੰਦੇ ਹੋ ਅਤੇ ਹੁਣ ਤੁਸੀਂ ਮੈਨੂੰ ਬਿਸਕੁਟ ਵੀ ਨਹੀਂ ਦਿੰਦੇ? ਡਰਾਈਵਰ ਨੇ ਦੱਸਿਆ ਕਿ ਬੇਟਾ, ਮੈਂ ਕਿਸੇ ਜ਼ਰੂਰੀ ਕੰਮ ਲਈ ਜਾਣਾ ਸੀ। ਤੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਇਸ ਲਈ ਮੈਂ ਤੁਹਾਨੂੰ ਜਲਦੀ ਤੋਂ ਜਲਦੀ ਸਕੂਲ ਲੈ ਜਾਂਦਾ ਹਾਂ ਅਤੇ ਬਿਸਕੁਟ ਖਰੀਦਣ ਦਾ ਸਮਾਂ ਵੀ ਨਹੀਂ ਹੈ। ਮੈਂ ਇਸ ਤੋਂ ਸੰਤੁਸ਼ਟ ਨਹੀਂ ਸੀ, ਇਸ ਲਈ ਹੁਣ ਮੈਂ ਫੈਸਲਾ ਕੀਤਾ ਕਿ ਮੈਂ ਆਪਣੇ ਦੋਸਤ ਨੂੰ ਆਪਣੇ ਨਾਲ ਲੈ ਜਾਵਾਂਗੀ ਤੇ ਕਿਸੇ ਨੂੰ ਵੀ ਬਿਨਾਂ ਦੱਸੇ, ਤਾਂ ਜੋ ਇਸ ਮਾਮਲੇ ਦਾ ਪਤਾ ਲੱਗ ਸਕੇ। ਤੇ ਅਗਲੇ ਕੁਝ ਦਿਨ ਮੈਂ ਚੋਰੀ ਛਿਪੇ ਆਪਣਾ ਦੋਸਤ ਨੂੰ ਕਾਰ ਦੀ ਡਿੱਗੀ ਵਿੱਚ ਬਿਠਾ ਦਿੰਦੀ, ਤਾਂ ਜੋ ਅਸੀਂ ਜਾਣ ਸਕੀਏ ਕਿ ਡਰਾਈਵਰ ਨੂੰ ਇੰਨਾ ਸਮਾਂ ਕਿਉਂ ਲੱਗਦਾ ਹੈ। ਕੀ ਉਹ ਸੱਚਮੁੱਚ ਕਾਰ ਨੂੰ ਕਿਤੇ ਰੋਕਦਾ ਸੀ ਅਤੇ ਕੁਝ ਗਲਤ ਕਰ ਰਿਹਾ ਸੀ? ਮੈਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਆਪਣੇ ਦੋਸਤ ਨੂੰ ਨਾਲ ਲੈ ਗਈ, ਪਰ ਕੋਈ ਫਾਇਦਾ ਨਹੀਂ ਹੋਇਆ। ਨਾ ਤਾਂ ਡਰਾਈਵਰ ਨੇ ਮੈਨੂੰ ਸਕੂਲ ਛੱਡਣ ਵਿੱਚ ਦੇਰੀ ਕੀਤੀ ਅਤੇ ਨਾ ਹੀ ਮੈਨੂੰ ਕੁਝ ਖਵਾਇਆ। ਮੈਨੂੰ ਸ਼ੱਕ ਹੋਇਆ ਕਿ ਡਰਾਈਵਰ ਨੇ ਮੈਨੂੰ ਮੇਰੇ ਦੋਸਤ ਨੂੰ ਗੱਡੀ ਵਿੱਚ ਲੁਕਦੇ ਤਾਂ ਨਹੀਂ ਦੇਖ ਲਿਆ, ਕਿਉਂਕਿ 1 ਹਫ਼ਤਾ ਹੋ ਗਿਆ ਸੀ ਮੈਨੂੰ ਆਪਣੇ ਦੋਸਤ ਨੂੰ ਕਾਰ ਵਿੱਚ ਲੁਕੋ ਕੇ ਆਪਣੇ ਨਾਲ ਲੈ ਜਾਂਦਿਆਂ, ਪਰ ਸਾਡੇ ਹੱਥ ਕੁਝ ਵੀ ਨਹੀਂ ਲੱਗਾ। ਪਰ ਉਸ 1 ਹਫ਼ਤੇ ਵਿੱਚ ਮੈਂ ਆਪਣੀ ਸਿਹਤ ਵਿੱਚ ਥੋੜਾ ਜਿਹਾ ਫਰਕ ਦੇਖਿਆ। ਨਾ ਤਾਂ ਹੁਣ ਮੇਰਾ ਸਿਰ ਚਕਰਾ ਰਿਹਾ ਸੀ ਅਤੇ ਨਾ ਹੀ ਮੈਨੂੰ ਕੋਈ ਦਰਦ ਸੀ, ਸਗੋਂ ਮੈਂ ਤਾਜ਼ਾ ਮਹਿਸੂਸ ਕਰ ਰਹੀ ਸੀ। ਕਿ ਇੱਕ ਸਭ ਇਸ ਲਈ ਸੀ ਕਿਉਂਕਿ ਮੈਂ ਬਿਸਕੁਟ ਨਹੀਂ ਖਾ ਰਹੀ ਸੀ। ਬਹੁਤ ਸਾਰੇ ਸਵਾਲ ਸੀ, ਹੁਣ ਮੈਂ ਉਹਨਾਂ ਸਾਰਿਆਂ ਦੇ ਜਵਾਬ ਚਾਹੁੰਦੀ ਸੀ। ਮੈਂ ਸਕੂਲ ਤੋਂ 1 ਹਫ਼ਤੇ ਦੀ ਛੁੱਟੀ ਲੈ ਲਈ ਸੀ, ਕਿਉਂਕਿ ਮੇਰੀ ਵੱਡੀ ਭੈਣ ਦਾ ਘਰ ਵਿੱਚ ਵਿਆਹ ਸੀ, ਇਸ ਲਈ ਇਸ ਵਿੱਚ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਇਆ ਗਿਆ ਸੀ। ਨਾਲ ਹੀ ਸਾਡੇ ਕੰਮ ਕਰਨ ਵਾਲੇ ਨੌਕਰ ਜੋ ਘਰ ਵਿੱਚ ਖਾਣਾ ਬਣਾਉਂਦੇ ਸਨ, ਕਿਉਂਕਿ ਉਹ ਸਾਰੇ ਸਾਡੇ ਘਰ ਦਾ ਹਿੱਸਾ ਸਨ। ਜਦੋਂ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ ਤਾਂ ਉੱਪਰਲੀ ਮੰਜ਼ਲ 'ਤੇ ਰੌਲਾ ਪੈ ਗਿਆ। ਅਸੀਂ ਸਾਰੇ ਭੱਜ ਕੇ ਉੱਪਰ ਗਏ, ਜਿੱਥੇ ਬਹੁਤ ਤੇਜ਼ ਆਵਾਜ਼ ਆ ਰਹੀ ਸੀ। ਸ਼ਾਇਦ ਡਰਾਈਵਰ ਦੀ ਕਿਸੇ ਨਾਲ ਲੜਾਈ ਹੋ ਰਹੀ ਸੀ। ਅਸੀਂ ਸਾਰੇ ਉੱਪਰ ਜਾ ਰਹੇ ਸੀ ਕਿ ਇੰਨੀ ਦੇਰ ਵਿੱਚ ਇੱਕ ਜ਼ੋਰਦਾਰ ਥੱਪੜ ਦੀ ਆਵਾਜ਼ ਆਈ, ਪਰ ਇਹ ਥੱਪੜ ਕਿਸ ਦੇ ਪਿਆ ਸੀ? ਇੰਨੇ ਵਿੱਚ ਪਾਪਾ ਦੇ ਚੀਕਣ ਦੀ ਆਵਾਜ਼ ਆਈ, ਤੁਸੀਂ ਕੌਣ ਹੁੰਦੇ ਹੋ? ਮੇਰੇ ਖਾਸ ਮਹਿਮਾਨਾਂ ਨਾਲ ਲੜਨ ਵਾਲੇ। ਮੈਂ ਤੁਹਾਨੂੰ ਸਾਰੀ ਉਮਰ ਬੱਚੇ ਵਾਂਗ ਪਾਲਿਆ, ਮੈਂ ਤੁਹਾਡੇ ਬੱਚੇ ਨੂੰ ਪੜ੍ਹਾਇਆ ਅਤੇ ਅੱਜ ਤੁਸੀਂ ਮੇਰੇ ਘਰ ਬੁਲਾਏ ਮਹਿਮਾਨਾਂ ਨਾਲ ਲੜ ਰਹੇ ਹੋ, ਉਹ ਵੀ ਕਾਲਰ ਫੜ ਕੇ। ਮੈਂ ਸਭ ਕੁਝ ਸਮਝ ਗਈ। ਪਾਪਾ ਡਰਾਈਵਰ ਨਾਲ ਲੜ ਰਹੇ ਸਨ, ਪਰ ਡਰਾਈਵਰ ਕਿਸ ਨਾਲ ਲੜ ਰਿਹਾ ਸੀ ਮੇਰੀ ਸਮਝ ਤੋਂ ਸਭ ਬਾਹਰ ਸੀ। ਮੈਂ ਅੱਖਾਂ ਤੋਂ ਅੰਨੀ ਸੀ, ਮੈਂ ਇਹ ਸਭ ਕਿਵੇਂ ਵੇਖ ਸਕਦੀ ਸੀ? ਤੁਸੀਂ ਉਸ ਨੂੰ ਨਹੀਂ ਜਾਣਦੇ ਸਰ, ਉਹ ਬਹੁਤ ਗੰਦਾ ਆਦਮੀ ਹੈ। ਮੈਂ ਤੁਹਾਨੂੰ ਸੱਚ ਕਿਵੇਂ ਦੱਸਾਂ, ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਡਰਾਈਵਰ ਨੇ ਬੜੇ ਗੁੱਸੇ ਨਾਲ ਕਿਹਾ, ਦਫਾ ਹੋ ਜਾਓ ਇੱਥੋਂ। ਮੈਂ ਸਮਝ ਗਈ ਪਾਪਾ ਦੀ ਆਵਾਜ਼ ਗੁੱਸੇ ਨਾਲ ਭਰੀ ਹੋਈ ਸੀ। ਤੁਸੀਂ ਜਾਣਦੇ ਹੋ ਕਿ ਤੁਸੀਂ ਕਿਸ ਤੇ ਦੋਸ਼ ਲਗਾ ਰਹੇ ਹੋ? ਰਾਜਨ ਮੇਰੇ ਖਾਸ ਮਹਿਮਾਨ ਹਨ,
ਉਸ ਦੇ ਭਰਾ ਨੇ ਇਹ ਸਭ ਕੁਝ ਸਾਨੂੰ ਇੱਕ ਡੀਲ ਵਿੱਚ ਦਿੱਤਾ। ਜਦੋਂ ਅਸੀਂ ਆਪਣੀ ਸਾਰੀ ਜਾਇਦਾਦ ਗਵਾ ਲਈ ਸੀ, ਰਾਜਨ ਸਾਹਿਬ ਦੇ ਭਰਾ ਨੇ ਆਪਣੇ ਘਰ ਵਿੱਚ ਬਿਨਾਂ ਰਾਏ ਕੀਤੇ ਇੰਨਾ ਵੱਡਾ ਫੈਸਲਾ ਲਿਆ ਸੀ। ਤੁਸੀਂ ਗਰੀਬ ਕਿੱਥੇ ਜਾਣੋਗੇ? ਪਾਪਾ ਦੇ ਮੂੰਹੋਂ ਇਹ ਗੱਲ ਪਹਿਲੀ ਵਾਰ ਨਿਕਲੀ। ਸ਼ਾਇਦ ਇਸੇ ਲਈ ਰਾਜਨ ਅੰਕਲ ਦੇ ਭਰਾ ਅਵੀ ਅੰਕਲ ਦਾ ਸਾਡੇ ਉੱਤੇ ਬਹੁਤ ਪ੍ਰਭਾਵ ਸੀ। ਇਹ ਤਾਂ ਉਹਨਾਂ ਦੀ ਮਿਹਰਬਾਨੀ ਸੀ। ਨਹੀਂ ਸਰ, ਉਹ ਓਨਾ ਚੰਗਾ ਨਹੀਂ ਜਿੰਨਾ ਤੁਸੀਂ ਸੋਚ ਰਹੇ ਹੋ। ਇਹ ਝੂਠਾ ਬੰਦਾ ਰੋਜ਼ ਹਨੂੰਮਾਨ ਮੰਦਿਰ ਦੇ ਬਾਹਰ ਪਖੰਡੀ ਬਾਬਾ ਬਣ ਕੇ ਬੈਠਦਾ ਰਿਹਾ। ਖੈਰ, ਇਹ ਤੁਹਾਨੂੰ ਕਿਸ ਨੇ ਦੱਸਿਆ? ਅਸੀਂ ਤੁਹਾਨੂੰ ਕੰਮ ਤੋਂ ਇਲਾਵਾ ਕਿਤੇ ਜਾਣ ਤਾਂ ਦਿੰਦੇ ਨਹੀਂ। ਫਿਰ ਤੁਹਾਨੂੰ ਕਿਵੇਂ ਪਤਾ ਲੱਗਾ? ਪਿਤਾ ਜੀ ਨੇ ਬੜੇ ਗੁੱਸੇ ਵਿੱਚ ਕਿਹਾ। ਸਰ, ਜੇ ਮੈਂ ਤੁਹਾਨੂੰ ਇੱਕ ਸੱਚ ਦੱਸਾਂ ਤਾਂ ਤੁਸੀਂ ਗੁੱਸਾ ਤਾਂ ਨਹੀਂ ਕਰੋਗੇ? ਡਰਾਈਵਰ ਨੇ ਥੋੜੀ ਡਰੀ ਹੋਈ ਆਵਾਜ਼ ਵਿੱਚ ਕਿਹਾ। ਅਜੇ ਤੇਰਾ ਕੁਝ ਕਹਿਣਾ ਬਾਕੀ ਹੈ, ਕਹੋ ਜੋ ਕਹਿਣਾ ਹੈ। ਪਿਤਾ ਜੀ ਗੁੱਸੇ ਨਾਲ ਲਾਲ ਹੋ ਰਹੇ ਸਨ। ਦਰਅਸਲ ਬੇਬੀ ਜੀ ਜਦੋਂ ਬਿਸਕੁਟ ਇਹ ਕਹਿ ਕੇ ਡਰਾਈਵਰ ਦੀ ਜ਼ੁਬਾਨ ਲੱਟ ਖੜਾਉਣ ਲੱਗੀ। ਬਿਸਕੁਟ ਦਾ ਨਾਮ ਸੁਣ ਕੇ ਮੇਰੇ ਸਾਹ ਸੁੱਕ ਗਏ। ਪਾਪਾ ਕਹਿਣ ਲੱਗੇ, ਜੇ ਤੁਸੀਂ ਇੱਕ ਸ਼ਬਦ ਵੀ ਬੋਲੇ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਡਰਾਈਵਰ ਹੁਣ ਚੁੱਪ ਸੀ, ਕੁਝ ਨਹੀਂ ਬੋਲ ਰਿਹਾ ਸੀ। ਮੈਂ ਸੋਚਣ ਲੱਗੀ ਕਿ ਹੁਣ ਉਹ ਕੀ ਕਰੇਗਾ। ਤਮਾਸ਼ਾ ਤਾਂ ਬਣਨਾ ਸੀ। ਉਸ ਸਮੇਂ ਪਾਪਾ ਨੇ ਸ਼ਰਾਬ ਪੀਤੀ ਹੋਈ ਸੀ ਤੇ ਗੁੱਸੇ ਵਿੱਚ ਵੀ ਸਨ। ਮੈਂ ਕਿਹਾ, ਰੁਕੋ ਪਾਪਾ, ਬਿਸਕੁਟ ਵਿੱਚ ਕੀ? ਮੈਂ ਕੀ ਦੱਸਾਂ? ਉਹ ਝੱਟ ਬੋਲਿਆ, ਬੇਬੀ ਜੀ, ਜੋ ਬਿਸਕੁਟ ਮੈਂ ਤੁਹਾਨੂੰ ਖਵਾਇਆ ਕਰਦਾ ਸੀ ਉਹ ਮੈਨੂੰ ਉਹੀ ਦਿੰਦਾ ਸੀ। ਮੈਂ ਜੋ ਤੁਹਾਨੂੰ ਸਕੂਲ ਲੇਟ ਛੱਡਦਾ ਸੀ ਉਹ ਵੀ ਇਸੇ ਕਰਕੇ। ਮੈਂ ਕਾਰ ਰੋਕ ਕੇ ਉਸ ਪਖੰਡੀ ਬਾਬੇ ਕੋਲ ਜਾਂਦਾ ਸੀ। ਅਸੀਂ ਸਾਰੇ ਉਸ ਡਰਾਈਵਰ ਨੂੰ ਪੂਰੇ ਧਿਆਨ ਨਾਲ ਸੁਣ ਰਹੇ ਸਨ। ਤੁਸੀਂ ਇਹ ਕੀ ਬਕਵਾਸ ਕਰ ਰਹੇ ਹੋ? ਤੂੰ ਆਪਣਾ ਸਪਸ਼ਟੀਕਰਨ ਪੇਸ਼ ਕਰਨ ਲਈ ਇਸ ਭਲੇ ਇਨਸਾਨ ਨੂੰ ਬਾਬਾ ਬਣਾ ਰਿਹਾ ਹੈ। ਮੇਰੇ ਪਾਪਾ ਗੁੱਸੇ ਨਾਲ ਲਾਲ ਹੋ ਰਹੇ ਸਨ। ਨਹੀਂ, ਇੱਕ ਵਾਰ ਮੇਰੀ ਗੱਲ ਸੁਣੋ ਸਾਹਿਬ, ਡਰਾਈਵਰ ਜਲਦੀ ਬੋਲਿਆ। ਮੈਂ ਇਸ ਬਾਰੇ ਕੋਲ ਬੇਬੀ ਜੀ ਦੇ ਇਲਾਜ ਲਈ ਜਾਂਦਾ ਸੀ। ਉਹ ਮੈਨੂੰ ਬਿਸਕਟ ਤੇ ਕੁਝ ਪੜ੍ਹ ਕੇ ਸੁਣਾਉਂਦਾ ਸੀ ਅਤੇ ਕਹਿੰਦਾ ਸੀ ਕਿ ਤੁਸੀਂ ਇਸ ਬਾਰੇ ਪਰਿਵਾਰ ਵਾਲਿਆਂ ਨੂੰ ਕੁਝ ਨਹੀਂ ਦੱਸੋਗੇ, ਨਹੀਂ ਤਾਂ ਕੁੜੀ ਦੀ ਜਾਨ ਨੂੰ ਖਤਰਾ ਹੋ ਜਾਵੇਗਾ। ਉਹ ਇਹ ਹਰ ਰੋਜ਼ ਕਰਦਾ ਸੀ ਅਤੇ ਇੱਕ ਦਿਨ ਬੇਬੀ ਜੀ ਨੇ ਬਿਸਕੁਟ ਨਹੀਂ ਖਾਧਾ। ਪਖੰਡੀ ਬਾਬੇ ਨੇ ਮੈਨੂੰ ਕਿਹਾ, ਅੱਜ ਤੂੰ ਉਸ ਨੂੰ 2 ਬਿਸਕੁਟ ਖਵਾਈ। ਜੇ ਉਹ ਨਾ ਖਾਵੇ ਤਾਂ ਜ਼ਬਰਦਸਤੀ ਮੂੰਹ ਵਿੱਚ ਪਾ ਦੇਣੀ, ਨਹੀਂ ਤਾਂ ਉਸ ਦੀਆਂ ਅੱਖਾਂ ਕਦੇ ਵੀ ਠੀਕ ਨਹੀਂ ਹੋਣਗੀਆਂ। ਉਸ ਦਿਨ ਬਿਸਕੁਟ ਖਵਾਏ ਜਾਣ ਤੋਂ ਬਾਅਦ ਬੇਬੀ ਜੀ ਦੀ ਸਿਹਤ ਵਿਗੜ ਗਈ। ਮੈਂ ਸੋਚਿਆ ਕਿ ਉਸੇ ਕਰਕੇ ਹੀ ਹੋਇਆ ਹੋਵੇਗਾ, ਪਰ ਕੁਝ ਦਿਨ ਪਹਿਲਾਂ ਕਾਰ ਖਰਾਬ ਹੋਣ ਤੇ ਬੇਬੀ ਜੀ ਨੂੰ ਉਡੀਕ ਕਰਨੀ ਪਈ ਸੀ। ਫਿਰ ਮੈਂ ਬੇਬੀ ਦੀ ਹਾਲਤ ਦੁਬਾਰਾ ਵਿਗੜਦੀ ਦੇਖੀ, ਇਸ ਲਈ ਮੈਨੂੰ ਮਹਿਸੂਸ ਹੋਇਆ ਕਿ ਕੁਝ ਗਲਤ ਹੈ। ਮੈਂ ਅਗਲੇ ਦਿਨ ਬੇਬੀ ਜੀ ਨੂੰ ਸਕੂਲ ਛੱਡਣ ਤੋਂ ਬਾਅਦ ਉਸ ਬਾਬੇ ਕੋਲ ਗਿਆ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਕੁਝ ਲੋਕ ਆਪਸ ਵਿੱਚ ਗੱਲਾਂ ਕਰ ਰਹੇ ਸਨ। ਬਾਬੇ ਨੂੰ ਮੈਂ ਉੱਥੇ ਨਹੀਂ ਦੇਖਿਆ, ਇਸ ਲਈ ਮੈਂ ਉਹਨਾਂ ਸਾਰੇ ਲੋਕਾਂ ਕੋਲ ਗਿਆ। ਮੈਂ ਉੱਥੇ ਖੜੇ ਲੋਕਾਂ ਨੂੰ ਕਿਹਾ, ਤੁਸੀਂ ਜਾਣਦੇ ਹੋ ਕਿ ਇੱਥੇ ਇੱਕ ਬਾਬਾ ਸੀ ਜੋ ਬਿਸਕੁਟ ਤੇ ਕੁਝ ਪੜ੍ਹਦਾ ਸੀ? ਸਾਰਿਆਂ ਨੇ ਮੇਰੇ ਵੱਲ ਦੇਖਿਆ ਅਤੇ ਕਹਿਣ ਲੱਗੇ, ਕੌਣ ਬਾਬਾ? ਅਸੀਂ ਇੱਥੇ ਕੋਈ ਬਾਬਾ ਨਹੀਂ ਦੇਖਿਆ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ। ਉਸ ਦਿਨ ਤੋਂ ਬਾਅਦ ਮੈਂ ਨਾ ਹੀ ਬਿਸਕੁਟ ਦਿੱਤੇ, ਨਾ ਹੀ ਬੇਬੀ ਨੂੰ ਦੇਰ ਨਾਲ ਸਕੂਲ ਛੱਡਿਆ ਅਤੇ ਅੱਜ ਜਦੋਂ ਮੈਂ ਉਹਨਾਂ ਨੂੰ ਇੱਥੇ ਦੇਖਿਆ ਤਾਂ ਮੈਂ ਪਛਾਣ ਲਿਆ ਕਿ ਬਾਬਾ ਇੱਥੇ ਹੈ। ਕੋਈ ਵੀ ਤੁਹਾਡੀ ਮਨਗੜਤ ਕਹਾਣੀ 'ਤੇ ਵਿਸ਼ਵਾਸ ਨਹੀਂ ਕਰ ਸਕਦਾ, ਪਰ ਮੈਨੂੰ ਇਹ ਸੱਚ ਲੱਗਿਆ। ਮੈਂ ਇੱਕ ਦਿਨ ਉਹਨਾਂ ਦਾ ਪਿੱਛਾ ਕਰ ਰਹੀ ਸੀ। ਫਿਰ ਮੈਨੂੰ ਧੂੰਆਂ ਮਹਿਸੂਸ ਹੋਇਆ ਅਤੇ ਇਹ ਕਿ ਡਰਾਈਵਰ ਕਿਸੇ ਨਾਲ ਗੱਲ ਕਰ ਰਿਹਾ ਸੀ। ਮੈਂ ਇਹ ਸਭ ਦੇਖ ਨਹੀਂ ਸਕਦੀ ਸੀ, ਇਸ ਲਈ ਮੈਨੂੰ ਪਤਾ ਨਹੀਂ ਸੀ ਅਤੇ ਮੈਨੂੰ ਉਸ ਬਿਸਕੁਟ ਖਾਣ ਨਾਲ ਸੱਚਮੁੱਚ ਚੱਕਰ ਆਉਂਦੇ ਸੀ। ਦੇਖਿਆ ਸਾਹਿਬ, ਮੈਂ ਸੱਚ ਕਹਿ ਰਿਹਾ ਸੀ। ਹਰ ਕੋਈ ਹੈਰਾਨੀ ਨਾਲ ਡਰਾਈਵਰ ਵੱਲ ਦੇਖ ਰਿਹਾ ਸੀ। ਮੈਂ ਮਹਿਸੂਸ ਕੀਤਾ ਕਿ ਕੋਈ ਮੇਰੇ ਨੇੜੇ ਆ ਰਿਹਾ ਹੈ। ਅਚਾਨਕ ਕਿਸੇ ਨੇ ਮੈਨੂੰ ਘੁੱਟ ਕੇ ਫੜ ਲਿਆ ਤੇ ਕਹਿਣ ਲੱਗਾ, ਕੋਈ ਨਾ ਹਿੱਲੋ, ਨਹੀਂ ਤਾਂ ਮੈਂ ਤੁਹਾਡੀ ਧੀ ਨੂੰ ਮਾਰ ਦਿਆਂਗਾ। ਇਹ ਆਵਾਜ਼ ਰਾਜਨ ਅੰਕਲ ਦੀ ਸੀ, ਜਿਸ ਨੇ ਸ਼ਾਇਦ ਮੇਰੇ ਸਿਰ ਤੇ ਬੰਦੂਕ ਰੱਖੀ ਹੋਈ ਸੀ। ਘਰ ਦੇ ਸਾਰੇ ਲੋਕ ਡਰ ਰਹੇ ਸਨ ਅਤੇ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਆਖਰ ਇਹ ਕੀ ਹੋ ਰਿਹਾ ਹੈ? ਜੋ ਆਵਾਜ਼ ਆ ਰਹੀ ਸੀ ਇਹ ਅੰਕਲ ਰਾਜਨ ਦੀ ਸੀ।
ਹਾਂ, ਮੈਂ ਹੀ ਸੀ ਜੋ ਤੁਹਾਡਾ ਨੁਕਸਾਨ ਚਾਹੁੰਦਾ ਸੀ, ਕਿਉਂਕਿ ਮੇਰੇ ਭਰਾ ਨੇ ਤੈਨੂੰ ਇੰਨਾ ਵੱਡਾ ਘਰ ਸਾਡੇ ਕੋਲੋਂ ਪੁੱਛੇ ਬਿਨਾਂ ਦੇ ਦਿੱਤਾ। ਘਰ ਮੇਰਾ ਸੀ ਤੇ ਮੈਂ ਇੱਥੇ ਰਹਿਣਾ ਚਾਹੁੰਦਾ ਸੀ। ਤੂੰ ਇਹ ਘਰ ਬੜੀ ਚਲਾਕੀ ਨਾਲ ਲੈ ਲਿਆ ਹੈ। ਇਸੇ ਲਈ ਮੈਂ ਤੁਹਾਡੀ ਧੀ ਨੂੰ ਮਾਰਨਾ ਚਾਹੁੰਦਾ ਸੀ। ਫਿਰ ਮੈਨੂੰ ਲੱਗਾ ਕਿ ਤੁਸੀਂ ਇਸ ਦਾ ਇਲਾਜ ਕਰਵਾ ਰਹੇ ਹੋ। ਮੈਂ ਤੁਹਾਡੇ ਡਰਾਈਵਰ ਨੂੰ ਲਾਲਚ ਦੇ ਕੇ ਬਿਸਕੁਟ ਵਿੱਚ ਨਸ਼ੀਲਾ ਪਦਾਰਥ ਖਵਾਇਆ। ਉਹ ਥੋੜੇ ਦਿਨ ਵਿੱਚ ਆਪਣੇ ਆਪ ਮਰ ਜਾਵੇਗੀ। ਇਹ ਰਾਜਨ ਅੰਕਲ ਬੋਲ ਰਿਹਾ ਸੀ। ਮੇਰਾ ਇੱਕ ਹੀ ਸੁਪਨਾ ਸੀ ਕਿ ਕੀ ਹੋਇਆ ਜੇ ਘਰ ਨਾ ਮਿਲਿਆ ਤਾਂ ਤੈਨੂੰ ਬਰਬਾਦ ਕਰਕੇ ਰਹਾਂਗਾ। ਮੈਂ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹਾਂ। ਫਿਰ ਮੈਨੂੰ ਚੰਗਾ ਮੌਕਾ ਮਿਲਿਆ ਤੁਹਾਡੀ ਧੀ ਤੇ ਮੂਰਖ ਡਰਾਈਵਰ ਕਰਕੇ। ਰਾਜਨ ਅੰਕਲ ਮੇਰੀ ਕਮਜ਼ੋਰੀ ਦਾ ਮਜ਼ਾਕ ਉਡਾ ਰਿਹਾ ਸੀ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਕਿ ਅਚਾਨਕ ਕਿਸੇ ਨੇ ਮੈਨੂੰ ਧੱਕਾ ਦੇ ਦਿੱਤਾ ਤੇ ਮੈਂ ਥੋੜਾ ਜਿਹਾ ਅੱਗੇ ਹੋ ਗਈ। ਥੋੜੀ ਦੇਰ ਬਾਅਦ ਕਿਸੇ ਦੇ ਡਿੱਗਣ ਦੀ ਆਵਾਜ਼ ਆਈ। ਰੋਂਦੀ ਮਾਂ ਅਤੇ ਭੈਣ ਭਰਾ ਨੇ ਮੈਨੂੰ ਜੱਫੀ ਪਾ ਲਈ ਅਤੇ ਫਿਰ ਪੌੜੀਆਂ ਤੋਂ ਹੇਠਾਂ ਭੱਜਣ ਦੀ ਆਵਾਜ਼ ਆਈ। ਕੀ ਹੋਇਆ ਮੰਮੀ? ਮੈਂ ਬੜੀ ਮੁਸ਼ਕਲ ਨਾਲ ਕਿਹਾ, ਬੇਟਾ, ਡਰਾਈਵਰ ਅੰਕਲ ਨੇ ਰਾਜਨ ਚਾਚੇ ਨੂੰ ਨੀਚੇ ਧੱਕਾ ਦੇ ਦਿੱਤਾ ਤੇ ਹੁਣ ਤੇਰੇ ਪਾਪਾ ਜੀ ਵੀ ਰਾਜਨ ਅੰਕਲ ਨੂੰ ਬਾਹਰ ਫੜਨ ਲਈ ਚਲੇ ਗਏ ਹਨ। ਰਾਜਨ ਚਾਚੇ ਨੂੰ ਫੜਨ ਲਈ ਪੁਲਿਸ ਨੂੰ ਵੀ ਬੁਲਾਇਆ ਹੈ। ਥੋੜੀ ਦੇਰ ਵਿੱਚ ਪੁਲਿਸ ਵੀ ਆ ਗਈ ਅਤੇ ਰਾਜਨ ਅੰਕਲ ਨੂੰ ਫੜ ਕੇ ਲੈ ਗਈ। ਫਿਰ ਉੱਚੀ ਉੱਚੀ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਵਾਰ ਪਿਤਾ ਜੀ ਨੇ ਰੋਣ ਦੀ ਆਵਾਜ਼, ਮੈਨੂੰ ਮਾਫ਼ ਕਰਨਾ ਪੁੱਤਰ, ਮੈਂ ਤੁਹਾਨੂੰ ਕਿੰਨਾ ਗਲਤ ਸਮਝਿਆ। ਮੈਂ ਤੁਹਾਡੇ ਥੱਪੜ ਮਾਰਿਆ ਪਰ ਤੁਸੀਂ ਫਿਰ ਵੀ ਮੇਰੀ ਧੀ ਦੀ ਇੰਨੀ ਮਦਦ ਕੀਤੀ। ਪਾਪਾ ਜੀ ਨੇ ਰੋਂਦੇ ਹੋਏ ਕਿਹਾ। ਮੈਂ ਸੋਚਿਆ ਕਿ ਸ਼ਾਇਦ ਮੈਨੂੰ ਵੀ ਮਾਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਮੈਂ ਵੀ ਬਹੁਤ ਕੁਝ ਸੋਚ ਰਹੀ ਸੀ। ਡਰਾਈਵਰ ਅੰਕਲ ਜੀ, ਮੈਨੂੰ ਵੀ ਮਾਫ਼ ਕਰ ਦਿਓ। ਮੈਂ ਵੀ ਤੁਹਾਡੇ ਲਈ ਕਿੰਨਾ ਗਲਤ ਸੋਚਿਆ ਸੀ। ਮੈਂ ਬੜੇ ਉਦਾਸ ਲਹਿਜੇ ਵਿੱਚ ਕਿਹਾ, ਬੇਬੀ ਜੀ, ਤੁਸੀਂ ਦੋਵੇਂ ਮੈਨੂੰ ਕਿਉਂ ਸ਼ਰਮਿੰਦਾ ਕਰ ਰਹੇ ਹੋ? ਜੋ ਵੀ ਹੋਇਆ ਹੋ ਗਿਆ। ਹੁਣ ਕੁਝ ਸਮੇਂ ਬਾਅਦ ਸਭ ਕੁਝ ਠੀਕ ਹੋ ਜਾਵੇਗਾ। ਹਰ ਕੋਈ ਆਪੋ ਆਪਣੇ ਕੰਮਾਂ ਲਈ ਚਲਾ ਗਿਆ। ਡਰਾਈਵਰ ਅੰਕਲ ਹੁਣ ਵੀ ਮੈਨੂੰ ਬਿਸਕੁਟ ਖਵਾਉਂਦੇ ਸੀ ਪਰ ਨਾ ਤਾਂ ਸਿਰ ਵਿੱਚ ਦਰਦ ਹੁੰਦਾ ਸੀ ਅਤੇ ਨਾ ਹੀ ਮੇਰਾ ਸਿਰ ਭਾਰਾ ਹੁੰਦਾ ਸੀ। ਅਸੀਂ ਕਿਸੇ ਨੂੰ ਜਾਣੇ ਬਿਨਾਂ ਕਿਉਂ ਉਸ ਪਰ ਦੋਸ਼ ਲਾ ਦਿੰਦੇ ਹਾਂ, ਇਹ ਸੋਚੇ ਬਿਨਾਂ ਕਿ ਸਾਹਮਣੇ ਵਾਲੇ ਦੀ ਨੀਅਤ ਚੰਗੀ ਵੀ ਹੋ ਸਕਦੀ ਹੈ ਤੇ ਗਰੀਬ ਦਾ ਦਿਲ ਵੱਡਾ ਵੀ, ਨਾ ਕਿ ਉਸ ਅਮੀਰ ਆਦਮੀ ਵਰਗਾ ਜੋ ਇੰਨੀ ਜਾਇਦਾਦ ਹੋਣ ਦੇ ਬਾਵਜੂਦ ਵੀ ਕਿਸੇ ਦੀ ਜਾਨ ਦੀ ਕੋਈ ਪਰਵਾਹ ਨਹੀਂ ਕਰਦਾ। ਦੋਸਤੋ, ਇਸ ਬਾਰੇ ਤੁਹਾਡੀ ਕੀ ਰਾਏ ਹੈ ਕਿ ਡਰਾਈਵਰ ਨੇ ਸਹੀ ਕੰਮ ਕੀਤਾ? ਦੋਸਤੋ, ਤੁਹਾਨੂੰ ਕਹਾਣੀ ਕਿਵੇਂ ਲੱਗੀ? ਕਮੈਂਟ ਕਰਕੇ ਜ਼ਰੂਰ ਦੱਸਿਓ।